ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ABP ਸਾਂਝਾ ਤੇ ਮੈਂ ਤੁਹਾਡੇ ਨਾਲ ਅਮਨਦੀਪ ਸਿੰਘ। ਨੇਪਾਲ ਦੇ ਪੋਖਰਾ 'ਚ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ, ਜਿਸ ਦੇ ਵਿੱਚ 68 ਲੋਕਾਂ ਦੀ ਮੌਤ ਹੋਈ ਹੈ। ਇਸ ਹਾਦਸੇ ਤੋਂ ਬਾਅਦ ਨੇਪਾਲ ਸਰਕਾਰ ਦੇ ਵੱਲੋਂ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਹੈ। ਇਸ ਹਾਦਸਾ ਗ੍ਰਸਤ ਜਹਾਜ਼ ਦੇ ਵਿੱਚ 5 ਭਾਰਤੀ ਵੀ ਸਵਾਰ ਸਨ। ਦੁਨੀਆ ਭਰ ਦੇ ਵਿੱਚ ਸੋਗ ਦੀ ਲਹਿਰ ਹੈ। ਇਹ ਤਸਵੀਰਾਂ ਨੇਪਾਲ ਵਿੱਚ ਵਾਪਰੇ ਦਰਦਨਾਕ ਹਾਦਸੇ ਦੀ ਹੈ। ਕਈ ਲੋਕਾਂ ਦੇ ਆਖਰੀ ਸਫ਼ਰ ਦੀਆਂ ਨੇ, ਜਿਨ੍ਹਾਂ ਲੋਕਾਂ ਨੇ ਕਾਠਮੰਡੂ ਤੋਂ ਉਡਾਨ ਭਰੀ ਤੇ ਪੋਖਰਾ ਤੱਕ ਦਾ ਸਫ਼ਰ ਤੈਅ ਕਰਨਾ ਸੀ। ਪਰ ਮੁਸਾਫਰਾਂ ਦਾ ਇਹ ਸਫ਼ਰ ਤਾਂ ਪੂਰਾ ਨਹੀਂ ਹੋ ਸਕਿਆ, ਪਰ ਕਈ ਆਪਣੀ ਜ਼ਿੰਦਗੀ ਦਾ ਸਫ਼ਰ ਪੂਰਾ ਕਰ ਗਏ। ਪੋਖਰਾ ਵਿੱਚ ਪਲੇਨ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ 68 ਲੋਕਾਂ ਦੀ ਮੌਤ ਹੋ ਗਈ ਹੈ। ਨੇਪਾਲ ਪਲੇਨ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ DNA ਸੈਂਪਲਿੰਗ ਕੀਤੀ ਜਾਏਗੀ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਦੀਆਂ ਲਾਸ਼ਾਂ ਨੂੰ ਰਿਕਵਰ ਕਰ ਲਿਆ ਗਿਆ ਹੈ। ਰਿਕਵਰ ਕੀਤੀਆਂ ਗਈਆਂ ਲਾਸ਼ਾਂ ਨੂੰ ਪਹਿਚਾਨਣਾ ਮੁਮਕਿਨ ਨਹੀਂ ਹੈ ਤੇ ਨੇਪਾਲ ਸਰਕਾਰ ਹੁਣ ਇਹਨਾਂ ਲਾਸ਼ਾਂ ਦੇ DNA ਸੈਂਪਲਿੰਗ ਕਰਵਾਉਣ ਜਾ ਰਹੀ है। जो तमाम रेस्क्यू ऑपरेशन है जो चल रहा है, आर्मी वहां पर है, नेपाल पुलिस वहां पर है, तमाम जो अधिकारी हैं वो वहां पर मौजूद हैं। फिर सुरक्षा का कार्य जो है, बचाव कार्य तो वहां पर लगातार जारी है। आपको बताएं, प्रधानमंत्री ने आपात बैठक भी बुलाई है, जिसको लेकर के डायरेक्ट उनकी नजर भी इस पर है। और अभी तक आपको बता दें, जिस तरह 40 सब यहाँ पर बरामद किए जा रहे हैं, क्योंकि आग इतनी ज्यादा लगी हुई है प्रणय कि उसको बुझाने की सबसे पहली जो कोशिश की जा रही है उसको बुझाने की। फिर उसके बाद जो है वहां पर पहली कोशिश ये होगी कि कैसे भी करके कोई अगर सुरक्षित वहां से निकल जाए। ਜਿਹੜਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ ਉਹ 72 ਸੀਟਾਂ ਵਾਲਾ ਸੀ। ਯੇਤੀ 에ਅਰਲਾਈਨਸ ਦਾ ਇਹ ਜਹਾਜ਼ ਸੀ, ਜਿਸ ਵਿੱਚ 68 ਮੁਸਾਫਿਰ ਤੇ 4 ਕਰੂ ਮੈਂਬਰ ਸਵਾਰ ਸਨ। ਪਲੇਨ ਵਿੱਚ 5 ਭਾਰਤੀ ਯਾਤਰੀ ਵੀ ਸਨ, 8 ਵਿਦੇਸ਼ੀ ਅਤੇ 53 ਨੇਪਾਲੀ ਨਾਗਰਿਕ ਸਵਾਰ ਵੀ ਸਨ। ਵਿਦੇਸ਼ੀਆਂ ਵਿੱਚ 4 ਰੂਸ ਤੋਂ, 2 ਆਇਰਲੈਂਡ ਦੇ ਯਾਤਰੀ ਸਨ ਅਤੇ ਆਸਟ੍ਰੇਲੀਆ ਤੇ ਅਰਜਨਟੀਨਾ ਦਾ ਇੱਕ ਯਾਤਰੀ ਵੀ ਸ਼ਾਮਲ ਸੀ। ਇਸ ਹਾਦਸੇ ਵਿੱਚ ਜਿਹੜੇ 5 ਭਾਰਤੀਆਂ ਦੀ ਮੌਤ ਹੋਈ ਹੈ ਉਹਨਾਂ ਦੇ ਨਾਮ ਸੰਜੇ ਜਾਇਸਵਾਲ, ਸੋਨੂ, ਅਨਿਲ ਰਾਜਪਰ, ਅਭਿਸ਼ੇਕ ਕੁਸ਼ਵਾਹਾ ਤੇ ਵਿਸ਼ਾਲ ਸ਼ਰਮਾ ਹੈ। ਇਹਨਾਂ 5 ਭਾਰਤੀਆਂ ਸਣੇ 에ਅਰਲਾਈਨਸ ਨੇ ਬਾਕੀ ਸਾਰੇ ਯਾਤਰੀਆਂ ਦੇ ਨਾਵਾਂ ਦੀ ਲਿਸਟ ਵੀ ਸਾਂਝੀ ਕੀਤੀ ਹੈ ਤੇ ਉਧਰ ਭਾਰਤੀ ਦੂਤਾਵਾਸ ਨੇਪਾਲ ਪ੍ਰਸ਼ਾਸਨ ਦੇ ਸੰਪਰਕ ਵਿੱਚ ਹੈ ਤੇ ਯੇਤੀ 에ਅਰਲਾਈਨਸ ਦੇ ਨਾਲ ਵੀ ਭਾਰਤੀ ਦੂਤਾਵਾਸ ਨੇ ਸੰਪਰਕ ਕਰਕੇ ਭਾਰਤੀ ਨਾਗਰਿਕਾਂ ਦੀ ਪੂਰੀ ਜਾਣਕਾਰੀ ਮੰਗੀ ਹੈ। ਭਾਰਤੀ ਦੂਤਾਵਾਸ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਨੇ। ਭਾਰਤੀ ਦੂਤਾਵਾਸ ਵੱਲੋਂ ਕਾਠਮੰਡੂ ਹੈਲਪਲਾਈਨ ਨੰਬਰ 977985110702 ਜਾਰੀ ਕੀਤਾ ਗਿਆ ਤੇ ਪੋਖਰਾ ਹੈਲਪਲਾਈਨ ਨੰਬਰ 977985603769 ਜਾਰੀ ਕੀਤਾ ਗਿਆ। ਜਾਣਕਾਰੀ ਦੇ ਮੁਤਾਬਕ ਜਹਾਜ਼ ਨੇ 10:32 ਤੇ ਕਾਠਮੰਡੂ ਤੋਂ ਉਡਾਨ ਭਰੀ ਸੀ ਤੇ 10:50 ਦੇ ਕਰੀਬ ਇਹ ਹਾਦਸਾਗ੍ਰਸਤ ਹੋ ਗਿਆ। ਲੈਂਡਿੰਗ ਤੋਂ ਪਹਿਲਾਂ ਹਵਾ ਵਿੱਚ ਹੀ ਪਲੇਨ ਨੂੰ ਅੱਗ ਲੱਗ ਗਈ ਸੀ। 에ਅਰਪੋਰਟ ਅਥਾਰਟੀ ਨੇ ਦਾਅਵਾ ਕੀਤਾ ਹੈ ਕਿ ਮੌਸਮ ਦੀ ਖਰਾਬੀ ਕਰਕੇ ਨਹੀਂ, ਤਕਨੀਕੀ ਖਰਾਬੀ ਕਰਕੇ ਹਾਦਸਾ ਵਾਪਰਿਆ। ATC ਨੇ ਪਾਇਲਟ ਨੂੰ ਲੈਂਡਿੰਗ ਦੀ ਪਰਮਿਸ਼ਨ ਵੀ ਦਿੱਤੀ ਸੀ, ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ। ਹਾਦਸੇ ਤੋਂ ਪਹਿਲਾਂ ਇੱਕ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਵਿੱਚ ਜਹਾਜ਼ ਲੜਖੜਾਉਂਦਾ ਨਜ਼ਰ ਆਇਆ। ਹਾਲਾਂਕਿ ਇਹ ਵੀਡੀਓ ਇਸ ਹਾਦਸੇ ਦੀ ਹੈ, ਇਸ ਬਾਰੇ ਕੋਈ ਸਪਸ਼ਟ ਨਹੀਂ ਹੈ। ਤੇ ਉਧਰ ਐਵੀਏਸ਼ਨ ਮਾਹਰਾਂ ਨੇ ਹਾਦਸੇ ਬਾਰੇ ਆਪਣੀ ਰਾਏ ਦਿੱਤੀ ਹੈ। ਹਾਦਸਾ ਕਿਵੇਂ ਵਾਪਰਿਆ ਤੇ ਕੀ ਕਾਰਨ ਰਹੇ ਨੇ ਤੇ ਬਚਾਅ ਵਿੱਚ ਕੀ ਲੋੜੀਂਦਾ ਹੈ, ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਮਾਹਰਾਂ ਦੇ ਮੁਤਾਬਕ ਅਜਿਹੀਆਂ ਥਾਵਾਂ ਤੋਂ ਰੈਸਕਿਊ ਬੇहद ਮੁਸ਼ਕਿਲ ਹੁੰਦਾ ਹੈ। ਨੇਪਾਲੀ ਫੌਜ ਦੇ ਮੁਤਾਬਕ ਜਹਾਜ਼ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ। ਇਹ ਜਹਾਜ਼ ਪੁਰਾਣੇ ਹਵਾਈ ਅੱਡੇ ਅਤੇ ਪੋਖਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਚਕਾਰ ਹਾਦਸਾਗ੍ਰਸਤ ਹੋਇਆ। ਨੇਪਾਲੀ ਫੌਜ ਦੇ ਮੁਤਾਬਕ ਮਿਲਟਰੀ ਹਸਪਤਾਲ ਪੋਖਰਾ ਦੀ ਇੱਕ ਮੈਡੀਕਲ ਟੀਮ ਤੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਹੈਲੀਕਾਪਟਰ ਰੈਸਕਿਊ ਵਿੱਚ ਜੁਟੇ ਨੇ। ਬਿਰੇਂਦਰ ਹਸਪਤਾਲ ਕੈਂਪ ਵਿੱਚ ਮੈਡੀਕਲ ਟੀਮ ਨੂੰ ਤਿਆਰ ਰੱਖਿਆ ਗਿਆ ਹੈ। ਬਚਾਅ ਕਾਰਜ ਵਿੱਚ ਸੁਰੱਖਿਆ ਕਰਮਚਾਰੀਆਂ ਤੋਂ ਇਲਾਵਾ ਸਥਾਨਕ ਨਾਗਰਿਕ ਅਤੇ ਸਥਾਨਕ ਏਜੰਸੀਆਂ ਨੂੰ ਵੀ ਤੈਨਾਤ ਕੀਤਾ ਗਿਆ। ਬਚਾਅ ਦੇ ਲਈ ਉੱਥੇ 120 ਰੇਂਜਰਾਂ ਤੇ 200 ਸੈਨਿਕਾਂ ਨੂੰ ਤੈਨਾਤ ਕੀਤਾ ਗਿਆ। ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ਨੇ ਵੀ ਇਸ ਹਾਦਸੇ ਤੇ ਦੁੱਖ ਜ਼ਾਹਰ ਕੀਤਾ ਹੈ ਤੇ ਉਹਨਾਂ ਨੇ ਟਵੀਟ ਕਰ ਲਿਖਿਆ ਹੈ ਕਿ ਮੈਂ ਯੇਤੀ 에ਅਰਲਾਈਨਸ ਦੇ ਕਾਠਮੰਡੂ ਤੋਂ ਪੋਖਰਾ ਜਾ ਰਹੇ ਯਾਤਰੀ ਜਹਾਜ਼ ਦੇ ਹਾਦਸੇ ਤੋਂ ਬਹੁਤ ਦੁਖੀ ਹਾਂ। ਮੈਂ ਸੁਰੱਖਿਆ ਕਰਮਚਾਰੀਆਂ, ਨੇਪਾਲ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਤੇ ਆਮ ਜਨਤਾ ਨੂੰ ਇੱਕ ਬਚਾਅ ਸ਼ੁਰੂ ਕਰਨ ਦੀ ਦਿਲੋਂ ਅਪੀਲ ਕਰਦਾ ਹਾਂ।
ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਨੇਪਾਲ 'ਚ ਹੋਏ ਹੁਣ ਤੱਕ ਦੇ ਵੱਡੇ ਹਾਦਸਿਆਂ ਦਾ ਜ਼ਿਕਰ ਕਰਾਂਗੇ। ਇਹ ਵੀ ਦੱਸਾਂਗੇ ਕਿ 8 ਮਹੀਨੇ ਪਹਿਲਾਂ ਹੋਏ ਜਹਾਜ਼ ਹਾਦਸੇ ਨੇ ਕਿਵੇਂ ਲਈ ਸੀ 22 ਲੋਕਾਂ ਦੀ ਜਾਨ। ਨੇਪਾਲ ਦੇ ਪੋਖਰਾ 'ਚ ਵਾਪਰੇ ਇਸ ਹਵਾਈ ਜਹਾਜ਼ ਹਾਦਸੇ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਡਰ ਅਤੇ ਸਹਿਮ ਉਦੋਂ ਹੋਰ ਵੱਧ ਜਾਂਦਾ ਹੈ ਜਦੋਂ 8 ਮਹੀਨਿਆਂ ਅੰਦਰ ਹੀ ਅਜਿਹਾ ਦੂਜਾ ਹਵਾਈ ਹਾਦਸਾ ਵਾਪਰਦਾ ਹੋਵੇ, ਕਿਉਂਕਿ ਖਾਸ ਤੌਰ ਦੇ ਉੱਤੇ ਪੋਖਰਾ 'ਚ ਅਜਿਹਾ ਹੀ ਹਾਦਸਾ ਵਾਪਰਿਆ ਸੀ ਮਈ 2022 ਨੂੰ, ਜਿਸ ਦੇ ਵਿੱਚ 22 ਲੋਕਾਂ ਦੀ ਮੌਤ ਹੋਈ ਸੀ। ਇਸ ਤੋਂ ਇਲਾਵਾ ਇਹ ਵੀ ਜਾਣਾਂਗੇ ਕਿ ਨੇਪਾਲ ਦੇ ਵਿੱਚ ਹੁਣ ਤੱਕ ਕਿੰਨੇ ਵੱਡੇ ਹਾਦਸੇ ਵਾਪਰੇ ਜਿਨ੍ਹਾਂ ਨੇ ਸੈਂਕੜੇ ਜਾਨਾਂ ਲਈਆਂ। ਨੇਪਾਲ ਵਿੱਚ ਹੋਏ ਜਹਾਜ਼ ਕ੍ਰੈਸ਼ ਨੇ ਪੂਰੀ ਦੁਨੀਆ ਨੂੰ ਅਫਸੋਸ ਵਿੱਚ ਪਾ ਦਿੱਤਾ ਹੈ, ਕਿਉਂਕਿ ਹਾਦਸਾ ਹੀ ਇੰਨਾ ਦਰਦਨਾਕ ਸੀ ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਨੇਪਾਲ ਵਿੱਚ ਜਹਾਜ਼ ਕ੍ਰੈਸ਼ ਹੋਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਜਹਾਜ਼ ਹਾਦਸਿਆਂ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ। ਹਾਲ ਹੀ ਵਿੱਚ ਜਹਾਜ਼ ਹਾਦਸੇ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਨੇ। ਕਿਤੇ ਪਲੇਨ ਰਨਵੇ ਤੋਂ ਫਿਸਲ ਗਿਆ ਤਾਂ ਕਿਤੇ ਜਹਾਜ਼ ਦੀ ਕ੍ਰੈਸ਼ ਲੈਂਡਿੰਗ ਹੋਈ ਹੈ। ਤੁਹਾਨੂੰ ਦੱਸਦੇ ਹਾਂ ਨੇਪਾਲ ਵਿੱਚ ਹੋਏ ਵੱਡੇ ਹਾਦਸਿਆਂ ਬਾਰੇ। ਮਈ 2022 ਵਿੱਚ ਪੋਖਰਾ ਤੋਂ ਜੋਮਸੋਮ ਜਾ ਰਿਹਾ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋਇਆ। ਇਸ ਘਟਨਾ ਵਿੱਚ 22 ਲੋਕਾਂ ਦੀ ਮੌਤ ਹੋ ਗਈ। ਅਪ੍ਰੈਲ 2019 ਵਿੱਚ ਸੋਲੂ ਖੁੰਬੂ ਦੇ ਲੁਕਲਾ ਹਵਾਈ ਅੱਡੇ ਤੇ ਦੁਰਘਟਨਾ ਹੋਈ। ਸਮਿਟ 에ਅਰ ਦਾ ਜਹਾਜ਼ 2 ਹੈਲੀਕਾਪਟਰਾਂ ਦੇ ਨਾਲ ਟਕਰਾ ਗਿਆ ਤੇ ਇਸ ਘਟਨਾ ਵਿੱਚ 3 ਲੋਕਾਂ ਦੀ ਮੌਤ ਹੋ ਗਈ। ਫਰਵਰੀ 2019 ਵਿੱਚ ਤਪਲੇ ਜੰਗ ਵਿਖੇ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ। ਇਸ ਹਾਦਸੇ ਵਿੱਚ ਮੰਤਰੀ ਸਣੇ 7 ਲੋਕਾਂ ਦੀ ਮੌਤ ਹੋਈ। ਸਤੰਬਰ 2018 ਵਿੱਚ ਹੈਲੀਕਾਪਟਰ ਜੰਗਲ ਵਿੱਚ ਦੁਰਘਟਨਾਗ੍ਰਸਤ ਹੋਇਆ। ਜਾਪਾਨੀ ਸੈਲਾਨੀਆਂ ਤੇ 5 ਹੋਰ ਲੋਕਾਂ ਨੂੰ ਜਾਨ ਗਵਾਉਣੀ ਪਈ। ਮਾਰਚ 2018 ਵਿੱਚ ਵੀ ਹਵਾਈ ਅੱਡੇ ਤੇ ਹਾਦਸਾ ਵਾਪਰਿਆ। ਇਸ ਹਾਦਸੇ ਨੇ 51 ਲੋਕਾਂ ਦੀ ਜਾਨ ਲੈ ਲਈ। ਫਰਵਰੀ 2016 ਪੋਖਰਾ ਤੋਂ ਜੋਮਸੋਮ ਜਾ ਰਿਹਾ ਜਹਾਜ਼ ਹਾਦਸਾਗ੍ਰਸਤ ਹੋਇਆ ਤੇ ਇਸ ਦੁਰਘਟਨਾ ਵਿੱਚ 23 ਲੋਕਾਂ ਦੀ ਮੌਤ ਹੋਈ। ਮਈ 2015 ਵਿੱਚ ਭੂਚਾਲ ਤੋਂ ਬਾਅਦ ਰਾਹਤ ਕਾਰਜਾਂ ਵਿੱਚ ਲੱਗਿਆ ਅਮਰੀਕੀ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ ਤੇ ਇਸ ਹਾਦਸੇ ਵਿੱਚ 6 ਅਮਰੀਕੀ ਫੌਜੀ, 2 ਨੇਪਾਲੀ ਫੌਜ ਅਧਿਕਾਰੀ ਅਤੇ 5 ਨਾਗਰਿਕ ਮਾਰੇ ਗਏ। ਫਰਵਰੀ 2014 ਵਿੱਚ ਪੋਖਰਾ ਤੋਂ ਜੁਮਲਾ ਜਾ ਰਿਹਾ ਨੇਪਾਲ 에ਅਰਲਾਈਨਸ ਕਾਰਪੋਰੇਸ਼ਨ ਦਾ ਜਹਾਜ਼ ਹਾਦਸਾਗ੍ਰਸਤ ਹੋਇਆ। ਇਸ ਘਟਨਾ ਵਿੱਚ 18 ਲੋਕਾਂ ਦੀ ਜਾਨ ਚਲੀ ਗਈ। ਸਤੰਬਰ 2012 ਵਿੱਚ ਕਾਠਮੰਡੂ ਤੋਂ ਲੁਕਲਾ ਜਾ ਰਹੇ ਜਹਾਜ਼ ਨਾਲ ਘਟਨਾ ਵਾਪਰੀ। ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਹਾਦਸਾ ਵਾਪਰਿਆ ਤੇ ਇਸ ਜਹਾਜ਼ ਵਿੱਚ ਸਵਾਰ ਸਾਰੇ 19 ਲੋਕ ਮਾਰੇ ਗਏ। ਮਈ 2012 ਵਿੱਚ ਭਾਰਤੀ ਸ਼ਰਧਾਲੂਆਂ ਨੂੰ ਪੋਖਰਾ ਤੋਂ ਜੋਮਸੋਮ ਲੈ ਕੇ ਜਾ ਰਿਹਾ ਜਹਾਜ਼ ਦੁਰਘਟਨਾਗ੍ਰਸਤ ਹੋਇਆ। ਅਗਨੀ 에ਅਰ ਦਾ ਜਹਾਜ਼ ਜੋਮਸੋਮ ਹਵਾਈ ਅੱਡੇ ਨੇੜੇ ਹਾਦਸਾਗ੍ਰਸਤ ਹੋਇਆ ਤੇ ਇਸ ਹਾਦਸੇ ਕਾਰਨ 19 ਲੋਕਾਂ ਦੀ ਜਾਨ ਚਲੀ ਗਈ। ਸਤੰਬਰ 2011 ਵਿੱਚ ਕਾਠਮੰਡੂ ਨੇੜੇ ਕੋਟ ਡੰਡਾ ਵਿੱਚ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋਇਆ। ਨੇਪਾਲੀ, ਭਾਰਤੀ ਅਤੇ ਹੋਰ ਦੇਸ਼ਾਂ ਦੇ ਕੁੱਲ 14 ਲੋਕਾਂ ਦੀ ਮੌਤ ਹੋ ਗਈ। ਦਸੰਬਰ 2010 ਵਿੱਚ ਵੀ ਭਿਆਨਕ ਹਾਦਸਾ ਵਾਪਰਿਆ। 19 ਯਾਤਰੀਆਂ ਅਤੇ 3 ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ ਸੀ। ਲਾਮੀ ਡਾਂਡਾ ਤੋਂ ਕਾਠਮੰਡੂ ਜਾ ਰਿਹਾ ਇੱਕ ਜਹਾਜ਼ ਹਾਦਸਾਗ੍ਰਸਤ ਹੋਇਆ ਸੀ। ਅਗਸਤ 2010 ਵਿੱਚ ਕਾਠਮੰਡੂ ਤੋਂ ਲੁਕਲਾ ਜਾ ਰਿਹਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ। ਇਸ ਹਾਦਸੇ ਨੇ 14 ਲੋਕਾਂ ਦੀ ਜਾਨ ਲੈ ਲਈ। ਅਕਤੂਬਰ 2018 ਵਿੱਚ ਲੁਕਲਾ ਹਵਾਈ ਅੱਡੇ ਤੇ ਲੈਂਡਿੰਗ ਦੇ ਦੌਰਾਨ ਹਾਦਸਾ ਹੋਇਆ ਤੇ ਇਸ ਭਿਆਨਕ ਹਾਦਸੇ ਵਿੱਚ 18 ਲੋਕ ਮਾਰੇ ਗਏ ਸਨ। ਇਸ ਤੋਂ ਇਲਾਵਾ ਸਤੰਬਰ 2006 ਵਿੱਚ ਸੰਖੂ ਵਾਸਬਾ ਦੇ ਖੁੰਸਾ ਵਿੱਚ ਸਿਰੀ 에ਅਰ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ ਤੇ ਇਸ ਹਾਦਸੇ ਵਿੱਚ 24 ਲੋਕਾਂ ਦੀ ਮੌਤ ਹੋ ਗਈ। ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਭਾਰਤ 'ਚ ਵਾਪਰੇ ਵੱਡੇ ਹਾਦਸਿਆਂ ਦਾ ਜ਼ਿਕਰ ਕਰਾਂਗੇ। ਨੇਪਾਲ ਹੀ ਨਹੀਂ ਬਲਕਿ ਭਾਰਤ ਦੇ ਵਿੱਚ ਵੀ ਹਵਾਈ ਜਹਾਜ਼ ਹਾਦਸੇ ਵਾਪਰ ਚੁੱਕੇ ਨੇ, ਜਿਨ੍ਹਾਂ ਕਾਰਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਨੇ। ਖਾਸ ਤੌਰ ਦੇ ਉੱਤੇ ਅਜਿਹੀ ਕੁਝ ਹਵਾਈ ਜਹਾਜ਼ ਹਾਦਸਿਆਂ ਤੇ ਨਜ਼ਰ ਪਾਉਂਦੇ ਹਾਂ।
ਨੇਪਾਲ ਵਿੱਚ ਹਵਾਈ ਹਾਦਸੇ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਕੱਲੇ ਨੇਪਾਲ ਹੀ ਨਹੀਂ ਬਲਕਿ ਗੁਆਂਢੀ ਮੁਲਕ ਭਾਰਤ ਵਿੱਚ ਵੀ ਕਈ ਹਵਾਈ ਹਾਦਸੇ ਵਾਪਰ ਚੁੱਕੇ ਨੇ। ਹਾਲ ਹੀ ਵਿੱਚ ਹਵਾਈ ਹਾਦਸੇ ਵਿੱਚ ਸੀਡੀਐਸ ਬਿਪਿਨ ਰਾਵਤ ਦੀ ਵੀ ਮੌਤ ਹੋ ਗਈ ਸੀ। 8 ਦਸੰਬਰ 2021 ਨੂੰ ਸੀਡੀਐਸ ਬਿਪਿਨ ਰਾਵਤ ਦੀ ਮੌਤ ਹੋਈ। ਤਮਿਲਨਾਡੂ ਦੇ ਕੁਨੂਰ ਵਿੱਚ ਹੈਲੀਕਾਪਟਰ ਕ੍ਰੈਸ਼ ਹੋਇਆ ਸੀ। ਇਸ ਹਾਦਸੇ ਵਿੱਚ ਬਿਪਿਨ ਰਾਵਤ ਤੇ ਉਹਨਾਂ ਦੀ ਪਤਨੀ ਸਣੇ 13 ਲੋਕ ਮਾਰੇ ਗਏ ਸੀ। ਇਸ ਤੋਂ ਇਲਾਵਾ ਅਗਸਤ 2020 ਵਿੱਚ ਕੇਰਲ ਵਿਖੇ ਹਾਦਸਾ ਵਾਪਰਿਆ। ਜਹਾਜ਼ ਰਨਵੇ ਤੋਂ ਤਿਲਕ ਕੇ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ 18 ਲੋਕਾਂ ਦੀ ਮੌਤ ਹੋ ਗਈ ਸੀ। ਜਨਵਰੀ 2018 ਵਿੱਚ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ। ਇਸ ਹਾਦਸੇ ਵਿੱਚ 7 ਲੋਕਾਂ ਦੀ ਜਾਨ ਚਲੀ ਗਈ ਸੀ। ਮਈ 2010 ਵਿੱਚ ਵੀ ਮੰਗਲੋਰ 에ਅਰਪੋਰਟ ਤੇ ਜਹਾਜ਼ ਹਾਦਸਾਗ੍ਰਸਤ ਹੋਇਆ ਤੇ ਇਸ ਹਾਦਸੇ ਵਿੱਚ 158 ਲੋਕਾਂ ਦੀ ਮੌਤ ਹੋ ਗਈ। ਜੁਲਾਈ 2000 ਵਿੱਚ ਅਲਾਇੰਸ 에ਅਰਲਾਈਨਸ ਦਾ ਜਹਾਜ਼ ਹਾਦਸਾਗ੍ਰਸਤ ਹੋਇਆ ਤੇ ਇਸ ਹਾਦਸੇ ਵਿੱਚ 60 ਲੋਕਾਂ ਦੀ ਜਾਨ ਚਲੀ ਗਈ। ਇਸ ਦੇ ਨਾਲ ਹੀ ਨਵੰਬਰ 1996 ਵਿੱਚ ਭਿਆਨਕ ਹਾਦਸਾ ਹੋਇਆ ਜਿਸ ਵਿੱਚ 349 ਲੋਕਾਂ ਦੀ ਮੌਤ ਹੋ ਗਈ। ਹਰਿਆਣਾ ਦੇ ਚਰਖੀ ਦਾਦਰੀ ਖੇਤਰ ਦੇ ਉੱਪਰ 2 ਫਲਾਈਟਸ ਆਪਸ ਵਿੱਚ ਟਕਰਾ ਗਈਆਂ ਸੀ। ਦੁਨੀਆ ਦੇ ਕਈ ਵੱਡੇ ਮੁਲਕਾਂ 'ਚ ਅਜਿਹੇ ਹਵਾਈ ਜਹਾਜ਼ ਹਾਦਸੇ ਵਾਪਰ ਚੁੱਕੇ ਨੇ। ਬ੍ਰੇਕ ਤੋਂ ਬਾਅਦ ਦੁਨੀਆ ਦਾ ਜ਼ਿਕਰ ਕਰਾਂਗੇ, ਕਿੱਥੇ-ਕਿੱਥੇ ਅਜਿਹੇ ਹਾਦਸੇ ਵਾਪਰੇ ਇਹ ਵੀ ਜਾਣਾਂਗੇ। ਹਵਾਈ ਜਹਾਜ਼ ਦਾ ਜ਼ਿਕਰ ਕਰਦਿਆਂ ਜਿੱਥੇ ਜ਼ਿਹਨ ਦੇ ਵਿੱਚ ਆਸਮਾਨ ਦੇ ਸੁੰਦਰ ਨਜ਼ਾਰੇ ਆਉਂਦੇ ਨੇ, ਉੱਥੇ ਹੀ ਮਨ ਦੇ ਵਿੱਚ ਹਾਦਸਿਆਂ ਦਾ ਡਰ ਵੀ ਬਣਿਆ ਰਹਿੰਦਾ ਹੈ। ਖਾਸ ਤੌਰ ਦੇ ਉੱਤੇ ਜਦੋਂ ਗੱਲ ਦੁਨੀਆ ਦੇ ਵੱਡੇ ਮੁਲਕਾਂ ਦੀ ਹੋਵੇ, ਜਿਨ੍ਹਾਂ ਦੇ ਵਿੱਚ ਅਮਰੀਕਾ, ਰੂਸ ਵਰਗੇ ਅਤ ਆਧੁਨਿਕ ਮੁਲਕ ਵੀ ਸ਼ਾਮਲ ਨੇ। ਇਹਨਾਂ ਮੁਲਕਾਂ ਦੇ ਵਿੱਚ ਵੀ ਵੱਡੇ ਹਵਾਈ ਹਾਦਸੇ ਵਾਪਰ ਚੁੱਕੇ ਨੇ, ਜਿਨ੍ਹਾਂ 'ਚ ਸੈਂਕੜੇ ਜਾਨਾਂ ਜਾ ਚੁੱਕੀਆਂ ਨੇ। ਜਹਾਜ਼ ਕ੍ਰੈਸ਼ ਹੋਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ। ਇਸ ਤੋਂ ਪਹਿਲਾਂ ਵੀ ਕਈ ਵਾਰ ਜਹਾਜ਼ ਕ੍ਰੈਸ਼ ਹੋ ਚੁੱਕੇ ਨੇ, ਜਿਨ੍ਹਾਂ 'ਚ ਹੁਣ ਤੱਕ ਸੈਂਕੜੇ ਜਾਨਾਂ ਜਾ ਚੁੱਕੀਆਂ ਨੇ। ਦੁਨੀਆ 'ਚ ਵਾਪਰੇ ਅਜਿਹੇ ਕੁਝ ਵੱਡੇ ਹਾਦਸਿਆਂ ਦਾ ਜ਼ਿਕਰ ਕਰਦੇ ਹਾਂ। 10 ਅਕਤੂਬਰ 2021 ਅਲਬਰਟਾ 'ਚ ਇੱਕੋ ਦਿਨ 2 ਜਹਾਜ਼ ਕ੍ਰੈਸ਼ ਹੋਏ ਸਨ। ਇੱਕ ਦੀ ਮੌਤ ਹੋਈ ਸੀ, 5 ਗੰਭੀਰ ਜ਼ਖਮੀ ਹੋਏ ਸਨ। ਦੋਵੇਂ ਹਾਦਸਿਆਂ 'ਚ ਨਿੱਜੀ ਜਹਾਜ਼ ਹਾਦਸਾਗ੍ਰਸਤ ਹੋਏ। 10 ਅਕਤੂਬਰ 2021 ਰੂਸ 'ਚ ਸਕਾਈ ਡਾਈਵਰ ਜਹਾਜ਼ ਹਾਦਸਾਗ੍ਰਸਤ ਹੋਇਆ ਸੀ। ਜਹਾਜ਼ ਕ੍ਰੈਸ਼ ਹੋਣ ਕਾਰਨ 16 ਲੋਕਾਂ ਦੀ ਮੌਤ ਹੋਈ ਸੀ। 11 ਅਕਤੂਬਰ 2021 ਅਮਰੀਕਾ ਦੇ ਕੈਲੀਫੋਰਨੀਆ 'ਚ ਜਹਾਜ਼ ਹਾਦਸਾ ਹੋਇਆ ਸੀ। ਸੈਨ ਡਿਏਗੋ ਤੋਂ ਰਿਹਾਇਸ਼ੀ ਇਲਾਕੇ 'ਚ ਇਹ ਜਹਾਜ਼ ਡਿੱਗਿਆ ਸੀ। ਜਹਾਜ਼ ਕ੍ਰੈਸ਼ ਹਾਦਸੇ ਦੇ ਵਿੱਚ 2 ਲੋਕਾਂ ਦੀ ਮੌਤ ਹੋਈ, ਕਈ ਜ਼ਖਮੀ ਹੋਏ ਸਨ। ਜਹਾਜ਼ ਡਿੱਗਣ ਕਾਰਨ ਕਰੀਬ 10 ਘਰਾਂ ਨੂੰ ਅੱਗ ਲੱਗੀ ਸੀ। 6 ਜੁਲਾਈ 2021 ਰੂਸ ਦਾ ਯਾਤਰੀ ਜਹਾਜ਼ ਸਮੁੰਦਰ 'ਚ ਕ੍ਰੈਸ਼ ਹੋਇਆ ਸੀ। ਜਹਾਜ਼ ਕ੍ਰੈਸ਼ ਹੋਣ ਕਾਰਨ 6 ਕਰੂ ਮੈਂਬਰਾਂ ਸਮੇਤ 28 ਮੌਤਾਂ ਹੋਈਆਂ ਸਨ। ਯਾਤਰੀ ਜਹਾਜ਼ ਦਾ ਮਲਬਾ ਸਮੁੰਦਰ 'ਚੋਂ ਬਰਾਮਦ ਕੀਤਾ ਗਿਆ ਸੀ। 17 ਮਾਰਚ 2021 ਫਲੋਰੀਡਾ 'ਚ SUV ਕਾਰ ਤੇ ਜਹਾਜ਼ ਡਿੱਗਿਆ ਸੀ। ਹਾਦਸਾ ਸਾਊਥ ਵੈਸਟ 72 ਐਵਨਿਊ ਰੋਡ ਤੇ ਵਾਪਰਿਆ ਸੀ। ਹਾਦਸੇ 'ਚ ਬੱਚੀ ਸਮੇਤ 3 ਦੀ ਮੌਤ ਹੋਈ ਸੀ। ਬੀਚ ਕਰਾਫਟ ਬੋਨੰਜ਼ਾ ਉਡਾਣ ਭਰਨ ਤੋਂ ਬਾਅਦ ਕ੍ਰੈਸ਼ ਹੋਇਆ ਸੀ। ਮਈ 2020 ਪਾਕਿਸਤਾਨ ਦੇ ਕਰਾਚੀ 'ਚ ਜਹਾਜ਼ ਕ੍ਰੈਸ਼ ਹੋਇਆ ਸੀ। ਲਾਹੌਰ ਤੋਂ ਕਰਾਚੀ ਦੇ ਲਈ ਜਹਾਜ਼ ਨੇ ਉਡਾਣ ਭਰੀ ਸੀ। 99 ਮੁਸਾਫਰ ਅਤੇ 8 ਕਰੂ ਮੈਂਬਰ ਸਨ। ਕੁੱਲ 107 ਲੋਕ ਸਵਾਰ ਸਨ। ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਦਾ ਇਹ ਜਹਾਜ਼ ਸੀ। 26 ਨਵੰਬਰ 2020 ਯੂਕਰੇਨ 'ਚ 에ਅਰ ਫੋਰਸ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਸੀ। ਐਂਟੋਨੋ 26 에ਅਰਕ੍ਰਾਫਟ ਖਰੀਦ ਦੇ ਵਿੱਚ ਲੈਂਡਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋਇਆ। ਜ਼ਮੀਨ ਨਾਲ ਟੱਕਰ ਤੋਂ ਬਾਅਦ ਜਹਾਜ਼ 'ਚ ਅੱਗ ਲੱਗੀ ਸੀ। ਕਰੂ ਸਮੇਤ ਖਰਕੀਬ 에ਅਰ ਫੋਰਸ ਯੂਨੀਵਰਸਿਟੀ ਦੇ 27 ਕੈਡੇਟਸ ਮੌਜੂਦ ਸਨ। ਹਾਦਸੇ 'ਚ 25 ਲੋਕਾਂ ਦੀ ਮੌਤ ਹੋਈ ਸੀ। 6 ਜੁਲਾਈ 2020 ਛੋਟੇ ਜਹਾਜ਼ਾਂ 'ਚ ਭਿਆਨਕ ਟੱਕਰ ਹੋਈ ਸੀ। ਅਮਰੀਕਾ ਦੇ ਉੱਤਰ ਪੱਛਮੀ ਸੂਬੇ ਇਦਾਹੋ 'ਚ ਇਹ ਹਾਦਸਾ ਵਾਪਰਿਆ। ਦੋਵੇਂ ਜਹਾਜ਼ ਕਿਊਰ ਦੀ ਐਲਨ ਝੀਲ ਦੇ ਵਿੱਚ ਭਿੜੇ ਸਨ। ਟੱਕਰ ਤੋਂ ਬਾਅਦ ਜਹਾਜ਼ ਝੀਲ ਦੇ ਵਿੱਚ ਡਿੱਗੇ। ਹਾਦਸੇ ਦੇ ਵਿੱਚ ਕਰੀਬ 8 ਲੋਕ ਮਾਰੇ ਗਏ ਸਨ। ਜੂਨ 2011
ओहायो 'ਚ ਇੱਕ ਇੰਜਣ ਵਾਲਾ ਜਹਾਜ਼ ਕ੍ਰੈਸ਼ ਹੋਇਆ ਸੀ। ਨਿਊ ਜਰਸੀ ਦਾ ਡਾਕਟਰ ਜੋੜਾ ਸਫ਼ਰ ਕਰ ਰਿਹਾ ਸੀ। ਹਾਦਸੇ ਦੇ ਵਿੱਚ ਡਾਕਟਰ ਜੋੜੇ ਦੀ ਜਾਨ ਗਈ ਸੀ। ਦਸੰਬਰ 2011 ਨਿਊ ਜਰਸੀ 'ਚ ਜਹਾਜ਼ ਕ੍ਰੈਸ਼ ਹੋਇਆ ਸੀ। ਹਾਦਸੇ 'ਚ 5 ਲੋਕਾਂ ਦੀ ਮੌਤ ਹੋਈ। ਮ੍ਰਿਤਕਾਂ 'ਚ 2 ਬੱਚੇ ਵੀ ਸ਼ਾਮਲ ਸਨ। ਜਹਾਜ਼ ਨਿਊ ਜਰਸੀ ਦੇ ਮਾਰਗ 287 'ਚ ਡਿੱਗਿਆ ਸੀ। ਟੈਕਸਸ 'ਚ ਜਹਾਜ਼ ਕ੍ਰੈਸ਼ ਹੋਇਆ ਸੀ। ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ। ਖਰਾਬ ਮੌਸਮ ਕਾਰਨ ਹਾਦਸਾ ਵਾਪਰਿਆ ਸੀ। ਅਲਾਸਕਾ 'ਚ ਇਹ ਜਹਾਜ਼ ਕ੍ਰੈਸ਼ ਹੋਇਆ ਸੀ। ਹਾਦਸੇ ਦੇ ਵਿੱਚ 4 ਲੋਕਾਂ ਦੀ ਮੌਤ ਹੋਈ ਸੀ। ਅਕਤੂਬਰ 2014 ਕੰਸਾਸ 'ਚ ਜਹਾਜ਼ ਕ੍ਰੈਸ਼ ਹੋਇਆ। ਹਾਦਸੇ ਦੇ ਵਿੱਚ 4 ਲੋਕਾਂ ਦੀ ਮੌਤ ਹੋਈ। ਜਹਾਜ਼ ਇਮਾਰਤ ਦੇ ਨਾਲ ਟਕਰਾਇਆ ਸੀ, ਜਿਸ ਤੋਂ ਬਾਅਦ ਹਾਦਸਾਗ੍ਰਸਤ ਹੋਇਆ। ਜੂਨ 2015 ਪਲੇਨ ਵਿਲੇਜ ਜਹਾਜ਼ ਇਮਾਰਤ ਨਾਲ ਟਕਰਾਇਆ। ਹਾਦਸੇ 'ਚ 3 ਲੋਕਾਂ ਦੀ ਮੌਤ ਹੋਈ, ਕਈ ਜ਼ਖਮੀ ਹੋਏ ਸਨ। ਅਗਸਤ 2016 ਸ਼ੈਨਨ ਹਵਾਈ ਅੱਡੇ ਦੇ ਕੋਲ ਹਾਦਸਾ ਵਾਪਰਿਆ। ਜਹਾਜ਼ ਇੱਕ ਦਰਖਤ ਦੇ ਨਾਲ ਟਕਰਾਇਆ। ਹਾਦਸੇ 'ਚ 6 ਲੋਕਾਂ ਦੀ ਮੌਤ ਹੋਈ ਸੀ। ਸਤੰਬਰ 2017 ਕੈਲੀਫੋਰਨੀਆ ਜਹਾਜ਼ ਕ੍ਰੈਸ਼ ਹੋਇਆ। ਹਾਦਸੇ ਦੇ ਵਿੱਚ 2 ਲੋਕਾਂ ਦੀ ਮੌਤ ਹੋਈ। ਦਸੰਬਰ 2017 ਫਲੋਰੀਡਾ ਜਹਾਜ਼ ਕ੍ਰੈਸ਼ ਹੋਇਆ ਸੀ। ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ ਹੋਈ ਸੀ। ਜੁਲਾਈ 2019 ਟੈਕਸਸ 'ਚ ਇੱਕ ਨਿੱਜੀ ਜਹਾਜ਼ ਕ੍ਰੈਸ਼ ਹੋਇਆ ਸੀ। ਹਾਦਸੇ ਦੇ ਵਿੱਚ 10 ਲੋਕਾਂ ਦੀ ਮੌਤ ਹੋਈ ਸੀ। ਇਹ ਉਹ ਭਿਆਨਕ ਹਾਦਸੇ ਨੇ ਜਿਨ੍ਹਾਂ 'ਚ ਹੁਣ ਤੱਕ ਕਈ ਜਾਨਾਂ ਜਾ ਚੁੱਕੀਆਂ ਨੇ। ਇਹਨਾਂ ਹਾਦਸਿਆਂ ਨੇ ਲੋਕਾਂ ਦੀ ਜ਼ਿੰਦਗੀ ਤੇ ਡੂੰਘਾ ਅਸਰ ਪਾਇਆ। ਇਸ ਖਾਸ ਪੇਸ਼ਕਸ਼ ਦੇ ਵਿੱਚ ਬਸ ਇੰਨਾ ਹੀ। ਪਰ ਦੇਸ਼, ਦੁਨੀਆ ਅਤੇ ਪੰਜਾਬ ਦੀ ਹਰ ਵੱਡੀ ਖਬਰ ਦੇ ਲਈ ਤੁਸੀਂ ਦੇਖਦੇ ਰਹੋ ABP ਸਾਂਝਾ।